Dear students, first of all, welcome again to my YouTube channel Deep Physics Classes. As you know, we are doing the chapter vector and we have done up to part 6, and today we are going to discuss the vector part 7. In today's lecture, we will discuss what is parallelogram law of vectors addition. बेटा ਅੱਜ ਅਸੀਂ ਜਿਹੜਾ ਹੈ ਪੈਰਲੋਗ੍ਰਾਮ ਲਾਅ ਜਿਹੜਾ ਹੈ ਵੈਕਟਰ ਐਡੀਸ਼ਨ ਦਾ ਉਹਦੇ ਬਾਰੇ ਆਪਾਂ ਜਿਹੜਾ ਪੜ੍ਹਨਾ ਹੈ। ਇਸ ਤੋਂ ਜਿਹੜਾ ਪਹਿਲਾ ਲੈਕਚਰ ਸੀ ਉਹਦੇ ਵਿੱਚ ਅਸੀਂ ਕੰਪਲੀਟ ਜਿਹੜਾ ਹੈ ਟ੍ਰਾਇੰਗਲ ਲਾਅ ਆਫ ਵੈਕਟਰ ਐਡੀਸ਼ਨਸ ਬਾਰੇ ਆਪਾਂ ਜਿਹੜਾ ਪੜ੍ਹ ਚੁੱਕੇ ਹਾਂ, ਜਿਹਦੇ ਵਿੱਚ ਅਸੀਂ ਰਿਜ਼ਲਟੈਂਟ ਜਿਹੜਾ ਹੈਗਾ ਉਹਦਾ ਮੈਗਨੀਟਿਊਡ ਤੇ ਨਾਲ ਉਹਦੀ ਡਾਇਰੈਕਸ਼ਨ ਜਿਹੜੀ ਹੈ ਅਸੀਂ ਫਾਈਂਡ ਕਰ ਚੁੱਕੇ ਹਾਂ। ਨਾਓ what is parallelogram law of vectors addition? This is the statement. बेटा ਇਹ स्टेटमेंट ਨੂੰ ਸਮਝਣ ਤੋਂ ਪਹਿਲਾਂ ਅਸੀਂ ਇਹਨੂੰ ਕੁਝ ਡਾਇਗਰਾਮ ਦੇ ਥਰੂ ਜਿਹੜਾ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ, suppose this is any body, ਕੋਈ ਸਾਡੇ ਕੋਲ ਇੱਕ small body ਹੈ। इस बॉडी दे ऊपर असी की कीता है, we apply two forces. Now this is force F1 and this is the second force. This is named as suppose F2. इको बॉडी है, इको बॉडी दे उत्ते सेम पॉइंट दे ऊपर मान लो भी आ जिहड़ा पॉइंट है, this point is A. बॉडी ਦੇ ਵਿੱਚ ਸੇਮ ਪੁਆਇੰਟ ਦੇ ਉੱਪਰ ਅਸੀਂ ਦੋ ਫੋਰਸਿਸ ਇਕੱਠੀਆਂ ਐਕਟ ਕਰਦੀਆਂ। ਇਹ ਤੁਸੀਂ ਕਿਸ ਤਰ੍ਹਾਂ ਸਮਝ ਸਕਦੇ ਹੋ? ਮੰਨ ਲਓ ਕਿ ਸਾਡੇ ਕੋਲ ਇੱਕ ਛੋਟਾ ਜਿਹਾ ਇੱਕ ਵੁਡਨ ਪੀਸ ਹੈ, ਉਹਦੇ ਵਿੱਚ ਅਸੀਂ ਕੀ ਕੀਤਾ ਹੈ, ਇੱਕ ਹੁੱਕ ਲਗਾ ਕੇ ਉਹਦੇ ਉੱਪਰ ਅਸੀਂ ਦੋ ਥ੍ਰੈਡ ਜਿਹੜੇ ਬੰਦ ਲਏ। ਇੱਕ ਹੁੱਕ ਲਗਾਈ, ਦੋ ਥ੍ਰੈਡ ਜਿਹੜੇ ਬੰਦ ਲਏ ਆ। ਕਲੀਅਰ? ਨਾਓ ਦਿਸ ਇਜ਼ ਦਾ ਫਸਟ ਥ੍ਰੈਡ ਐਂਡ ਦਿਸ ਇਜ਼ ਦਾ ਸੈਕੰਡ ਥ੍ਰੈਡ। ਇੱਕ ਸਟੂਡੈਂਟ ਜਿਹੜਾ ਹੈ, ਇੱਕ ਬੱਚਾ ਜਿਹੜਾ ਹੈ ਇਧਰੋਂ ਖਿੱਚਦਾ ਹੈ ਥ੍ਰੈਡ ਨੂੰ ਪਕੜ ਕੇ, ਦੂਸਰਾ ਜਿਹੜਾ ਸਟੂਡੈਂਟ ਹੈ ਉਹ ਇਸ ਡਾਇਰੈਕਸ਼ਨ ਵਿੱਚ ਖਿੱਚਦਾ ਹੈ। ਕਹਿਣ ਦਾ ਮਤਲਬ ਇਹ ਦੋਨੋਂ ਨੇ ਕੀ ਕੀਤਾ, ਦੋ ਫੋਰਸਿਸ ਜਿਹੜੀਆਂ ਨੇ ਇਸ ਬਾਡੀ ਦੇ ਉੱਪਰ ਉਹਨਾਂ ਨੇ ਲਗਾਤੀਆਂ ਸੇਮ ਪੁਆਇੰਟ ਦੇ ਉੱਪਰ। ਦੈਨ ਵਾਟ ਵਿਲ ਹੈਪਨ? ਹਾਂਜੀ, ਕੀ ਹੋਏਗਾ? ਵੈਦਰ ਦਾ ਬਾਡੀ ਵਿਲ ਮੂਵ ਅਲੋਂਗ F1। ਕੀ ਇਹ ਬਾਡੀ ਮੇਰੀ F1 ਵਾਲੇ ਪਾਸੇ ਜਾਏਗੀ? ਕੀ ਇਹ ਬੋਡੀ ਜਿਹੜੀ ਮੇਰੀ ਹੈ F2 ਵਾਲੇ ਪਾਸੇ ਜਾਏਗੀ? ਹਾਂਜੀ, ਜੇ ਤੇ F2 ਨਾ ਹੁੰਦੀ, ਮੰਨ ਲਓ ਵੀ F2 ਫੋਰਸ ਅਸੀਂ ਨਹੀਂ ਲਗਾਈ, then the body will move in the direction of F1. ਜੇ F1 ਫੋਰਸ ਨਾ ਹੁੰਦੀ, then the body will move in the direction of F2. But both forces are acting simultaneously at a point. ਇਕੱਠੀਆਂ ਇੱਕੋ ਪੁਆਇੰਟ ਤੇ ਐਕਟ ਕਰ ਰਹੀਆਂ ਨੇ ਇਕੱਠੀਆਂ। Then where the body will move, in which direction the body will move? The body will move in between. Body ਜਿਹੜੀ ਹੈ ਇਸ ਤਰ੍ਹਾਂ ਜਿਹੜੀ ਹੈ ਇਸ ਡਾਇਰੈਕਸ਼ਨ ਦੇ ਵਿੱਚ ਮੂਵ ਕਰੇਗੀ, ਨਾ ਉਹ F1 ਵਾਲੇ ਪਾਸੇ ਜਾਏਗੀ ਨਾ F2. The body will move like this, ਕਿਉਂਕਿ ਇਧਰੋਂ ਖਿੱਚੋਗੇ ਇਧਰੋਂ ਵੀ ਖਿੱਚੋਗੇ ਤੇ ਬੋਡੀ ਜਿਹੜੀ ਹੈ ਇੱਥੋਂ ਡਿਸਪਲੇਸ ਹੋਣ ਤੋਂ ਬਾਅਦ ਇੱਥੇ ਕਿਤੇ ਜਿਹੜੀ ਹੈ ਬੋਡੀ ਆ ਸਕਦੀ ਹੈ। ਹਾਂਜੀ, ਕਲੀਅਰ? Now this direction show the resultant. Now this is the resultant vector. ਇਹਨਾਂ ਦੋਨਾਂ ਦਾ ਜਿਹੜਾ resultant vector ਹੋਏਗਾ, it is shown by AB. Now this is our resultant of these two forces. ਹਾਂਜੀ, okay, clear? Now further ਇਹਨੂੰ ਹੋਰ ਅਸੀਂ ਜਿਹੜਾ ਚੰਗੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆ ਦੇਖੋ, ਅਸੀਂ ਪਿਛਲੇ ਲੈਕਚਰ ਵਿੱਚ ਪੜਿਆ ਕਿ ਵੈਕਟਰ ਨੂੰ ਜਿਹੜਾ ਹੈ ਪੈਰਲਲ ਅਸੀਂ ਸ਼ਿਫਟ ਕਰ ਸਕਦੇ ਹਾਂ। ਇਸ ਵੈਕਟਰ ਨੂੰ ਮੈਂ ਇਹਦੇ ਬਿਲਕੁਲ ਪੈਰਲਲ ਸ਼ਿਫਟ ਕਰ ਦਿੱਤਾ। ਆ ਦੇਖੋ, ਇੱਥੇ ਲੈ ਕੇ ਆ ਗਏ। ਨਾਓ ਦਿਸ ਇਜ਼ ਰਿਪਰੈਜ਼ੈਂਟਡ ਲਾਈਕ ਦਿਸ। ਇਹ ਪੈਰਲਲ ਬਿਲਕੁਲ ਮੈਂ ਇੱਥੇ ਸ਼ਿਫਟ ਕਰ ਦਿੱਤਾ। ਨਾਓ ਦਿਸ ਇਜ਼ F1 ਐਂਡ ਦਿਸ ਇਜ਼ ਅਗੇਨ ਇਕੁਅਲ ਟੂ F1। ਇਹ ਵੀ ਸਾਡਾ F1 ਹੀ ਹੋਏਗਾ। Now this vector can be shifted parallel to itself.
ਇਹਨੂੰ ਵੀ ਅਸੀਂ ਇੱਥੇ ਆਪਾਂ ਦੇਖੋ ਸ਼ਿਫਟ ਕਰ ਦਿੱਤਾ, ਬਿਲਕੁਲ ਉਹਦੇ ਪੈਰਲਲ ਅਸੀਂ ਸ਼ਿਫਟ ਕਰਤਾ। ਨਾਓ the body will move along this side, ਆ ਦੇਖੋ body ਨੇ ਇਸ ਡਾਇਰੈਕਸ਼ਨ 'ਚ ਜਾਣਾ ਹੈ। now this is our resultant and you are seeing this become a parallelogram, ਇਹ ਸਾਡੀ ਦੇਖੋ ਇੱਕ ਪੈਰਲੋਗ੍ਰਾਮ ਬਣ ਚੁੱਕੀ ਹੈ। ਹਾਂਜੀ ਕਲੀਅਰ। ਇੱਕੋ ਬੋਡੀ ਦੇ ਉੱਪਰ ਸੇਮ ਪੁਆਇੰਟ ਦੇ ਉੱਪਰ ਸੇਮ ਟਾਈਮ ਦੇ ਉੱਪਰ ਦੋ ਫੋਰਸਿਸ ਇਕੱਠੀਆਂ ਐਕਟ ਕੀਤੀਆਂ ਤੇ ਦੋਨਾਂ ਦਾ ਰਿਜ਼ਲਟੈਂਟ ਬੇਟਾ ਆ ਆਏਗਾ। ਤੇ ਆ ਕੀ ਚੀਜ਼ ਹੈਗੀ ਹੈ? ਇਟ ਇਜ਼ ਦਾ ਡਾਇਗਨਲ, ਇਟ ਇਜ਼ ਅ ਡਾਇਗਨਲ ਆਫ ਦੀ ਪੈਰਲੋਗ੍ਰਾਮ। ਇਹਦਾ ਮਤਲਬ ਜੇਕਰ ਕਿਸੇ ਵੀ ਬੋਡੀ ਦੇ ਉੱਪਰ ਸੇਮ ਪੁਆਇੰਟ ਦੇ ਉੱਤੇ ਦੋ ਫੋਰਸਿਸ ਇਕੱਠੀਆਂ ਐਕਟ ਕਰ ਜਾਣ, ਹਾਂਜੀ ਕਲੀਅਰ, ਦੈਨ ਉਹਨਾਂ ਦਾ ਰਿਜ਼ਲਟੈਂਟ ਜਿਹੜਾ ਹੋਏਗਾ ਪੈਰਲੋਗ੍ਰਾਮ ਜਿਹੜੀ ਆਪਾਂ ਪੂਰੀ ਕੰਸਟਰਕਟ ਕਰਾਂਗੇ ਉਹਦੇ ਡਾਇਗਨਲ ਦੇ ਨਾਲ ਜਿਹੜਾ ਹੈ ਆਪਾਂ ਉਹਨੂੰ ਰਿਪਰੈਜ਼ੈਂਟ ਕਰਨਾ ਹੈ। ਨਾਓ this is the parallelogram law definition. It states that if two vectors acting on a particle, ਹਾਂਜੀ ਆ ਜੇ ਦੋ ਵੈਕਟਰ f1 ਤੇ f2 clear, if two vectors f1 and f2 acting on a particle, ਮੰਨ ਲਓ ਆ ਸਾਡਾ ਪਾਰਟੀਕਲ ਹੈ ਇੱਥੇ, ਇਹਦੇ ਉੱਪਰ ਐਕਟ ਕੀਤੀਆਂ at the same time be represented in magnitude and direction, ਇਹਨਾਂ ਦਾ ਦੇਖੋ ਮੈਗਨੀਟਿਊਡ ਵੀ ਹੈ ਤੇ ਇਹਨਾਂ ਦੋਨਾਂ ਦੀ ਜਿਹੜੀ ਹੈ ਡਾਇਰੈਕਸ਼ਨ ਵੀ ਹੈ। ਮੈਗਨੀਟਿਊਡ ਐਂਡ ਡਾਇਰੈਕਸ਼ਨ ਬਾਈ ਦਾ ਟੂ ਐਡਜੈਸੈਂਟ ਸਾਈਡਸ ਆਫ ਅ ਪੈਰਲੋਗ੍ਰਾਮ, ਇਹਨਾਂ ਦੋਨਾਂ ਨੂੰ ਮੈਂ ਪੈਰਲੋਗ੍ਰਾਮ ਦੀਆਂ ਜਿਹੜੀਆਂ ਤੁਹਾਡੀਆਂ ਐਡਜੈਸੈਂਟ ਸਾਈਡਸ ਨੇ ਨਾਲ ਵਾਲੀਆਂ ਸਾਈਡ ਦੇ ਨਾਲ ਮੈਂ ਰਿਪਰੈਜ਼ੈਂਟ ਕਰਤਾ। ਟੂ ਐਡਜੈਸੈਂਟ ਸਾਈਡਸ ਆਫ ਅ ਪੈਰਲੋਗ੍ਰਾਮ drawn from the same point, ਉਸੇ ਪੁਆਇੰਟ ਵਿੱਚੋਂ ਦੇਖੋ ਡਰਾ ਕੀਤੀਆਂ। then the resultant vector is represented in magnitude and direction, resultant vector ਨੂੰ ਅਸੀਂ ਕਾਹਦੇ ਨਾਲ ਰਿਪਰੈਜ਼ੈਂਟ ਕਰਨਾ ਹੈ? by the diagonal, resultant vector ਨੂੰ ਅਸੀਂ ਰਿਪਰੈਜ਼ੈਂਟ ਕਰਾਂਗੇ diagonal of the parallelogram, ਲੇਕਿਨ ਉਹ diagonal ਵੀ ਉਸੇ ਪੁਆਇੰਟ ਦੇ ਵਿੱਚੋਂ ਹੀ ਡਰਾ ਕਰਨਾ ਹੈ। drawn from the same point, diagonal ਵੀ ਉਸੇ ਪੁਆਇੰਟ ਦੇ ਵਿੱਚੋਂ ਹੋਣਾ ਚਾਹੀਦਾ ਹੈ। ਵੈਸੇ ਆ ਵੀ diagonal ਹੁੰਦਾ ਹੈ, ਪੈਰਲੋਗ੍ਰਾਮ ਦੇ ਦੋ diagonal, ਪਰ ਅਸੀਂ diagonal ਵੀ ਉਸੇ ਪੁਆਇੰਟ ਚੋਂ ਡਰਾ ਕਰਨਾ ਹੈ ਜਿਸ ਪੁਆਇੰਟ ਦੇ ਉੱਪਰ ਦੋ ਵੈਕਟਰ ਜਿਹੜੇ ਨੇ ਉਹ ਐਕਟ ਕਰ ਰਹੇ ਨੇ। ਹਾਂਜੀ ਕਲੀਅਰ। ਦੋ ਵੈਕਟਰ ਸਾਈਮਲਟੇਨੀਅਸਲੀ ਇਕੱਠੇ ਐਕਟ ਹੋ ਗਏ ਇੱਕੋ ਪੁਆਇੰਟ ਤੇ, ਦੋਨਾਂ ਨੂੰ ਰਿਪਰੈਜ਼ੈਂਟ ਕੀਤਾ ਟੂ ਐਡਜੈਸੈਂਟ ਸਾਈਡਸ ਆਫ ਦੀ ਪੈਰਲੋਗ੍ਰਾਮ, ਤੇ ਬਾਅਦ ਚੋਂ ਪੈਰਲੋਗ੍ਰਾਮ ਦਾ ਜਿਹੜਾ ਡਾਇਗਨਲ ਹੋਏਗਾ ਉਸੇ ਪੁਆਇੰਟ ਚੋਂ ਲੰਘੇਗਾ ਤੇ ਉਹ ਸਾਨੂੰ ਜਿਹੜਾ ਹੈ ਦੋ ਵੈਕਟਰਾਂ ਦਾ ਰਿਜ਼ਲਟੈਂਟ ਜਿਹੜਾ ਹੈ ਉਹ ਸ਼ੋ ਕਰੇਗਾ। ਨਾਓ ਆਈ ਥਿੰਕ ਕਿ ਤੁਹਾਨੂੰ ਆ ਜਿਹੜੀ ਡੈਫੀਨੇਸ਼ਨ ਹੈ ਇਹ ਕਲੀਅਰ ਹੋ ਗਈ ਹੈ। ਨਾਓ ਡਾਇਗਰਾਮ ਥੋੜੀ ਜੀ ਅਸੀਂ ਜਿਹੜੀ ਹੁਣ ਵੱਡੀ ਕਰਕੇ ਜਿਹੜਾ ਹੈ ਆਪਾਂ ਸਮਝਦੇ ਹਾਂ। ਆ ਦੇਖੋ, suppose these are the two vectors, now this is vector A and this is the second vector, this is vector B, both are acting simultaneously at point O, ਇਹ ਦੋਨੋਂ ਹੀ ਇੱਕੋ ਪੁਆਇੰਟ ਤੇ ਐਕਟ ਕਰ ਰਹੇ ਨੇ। ਕਿਹੜਾ ਪੁਆਇੰਟ ਹੈ? O, and they are represented by two adjacent side of the parallelogram. Now first of all complete the parallelogram, ਇਹਨੂੰ ਸ਼ਿਫਟ ਕਰਕੇ ਇੱਥੇ ਲੈ ਕੇ ਜਾਓ ਕਿਉਂਕਿ ਟੇਲ ਇੱਥੇ ਲੈ ਕੇ ਜਾਓ। ਹਾਂਜੀ ਆ ਤੁਹਾਡਾ ਵੈਕਟਰ ਜਿਹੜਾ ਹੈ ਸੇਮ ਲੈਂਥ ਦੇਖੋ ਇਹਦੀ ਆ ਹੋ ਜਾਏਗਾ A, ਇਹਨੂੰ ਸ਼ਿਫਟ ਕਰਕੇ ਇੱਥੇ ਰਿਪਰੈਜ਼ੈਂਟ ਕਰ ਦੋ ਤੇ ਇਹ ਸਾਡਾ ਜਿਹੜਾ ਹੈ ਇਟ ਵਿਲ ਬੀ ਵੈਕਟਰ B, ਨਾਓ ਦਿਸ ਵਿਲ ਬੀ ਵੈਕਟਰ A। ਨਾਓ ਰਿਜ਼ਲਟੈਂਟ ਕਿਹੜਾ ਆਏਗਾ? ਡਾਇਗਨਲ ਦੇ ਨਾਲ ਅਸੀਂ ਜਿਹੜਾ ਰਿਜ਼ਲਟੈਂਟ ਵੈਕਟਰ ਸ਼ੋ ਕਰਾਂਗੇ। ਨਾਓ ਦਿਸ ਵਿਲ ਬੀ ਆਵਰ ਰਿਜ਼ਲਟੈਂਟ ਵੈਕਟਰ, ਇਹ ਸਾਡਾ ਜਿਹੜਾ ਹੈ ਰਿਜ਼ਲਟੈਂਟ ਵੈਕਟਰ ਆਏਗਾ ਸਾਡੇ ਕੋਲ ਕਿਹੜਾ? R ਆਏਗਾ। ਨਾਓ ਆਈ ਥਿੰਕ ਯੂ ਕਲੀਅਰ। ਇਹ ਦੋ ਵੈਕਟਰਾਂ ਨੂੰ ਐਡ ਕੀਤਾ, ਆ ਸਾਡਾ ਕੀ ਆ ਗਿਆ? ਰਿਜ਼ਲਟੈਂਟ। ਇਸ ਡਾਇਗਰਾਮ ਨੂੰ ਬੜੇ ਧਿਆਨ ਨਾਲ ਦੇਖੋ। ਪੈਰਲੋਗ੍ਰਾਮ ਦੇ ਵਿੱਚ ਜਦੋਂ ਅਸੀਂ ਰਿਜ਼ਲਟੈਂਟ ਡਰਾ ਕੀਤਾ ਤੇ ਸਾਡੇ ਕੋਲ ਦੋ ਟ੍ਰਾਈਐਂਗਲਸ ਬਣ ਗਈਆਂ ਬੱਚੇ, ਦੋ ਟ੍ਰਾਈਐਂਗਲਸ। ਕਿਹੜੀ ਕਿਹੜੀ? ਇੱਕ ਟ੍ਰਾਈਐਂਗਲ ਹੈ ਉਹ ਇੱਥੇ ਲਿਖ ਦਿੰਦੇ ਆ P, ਇੱਥੇ ਲਿਖ ਦਿੰਦੇ ਆ Q, ਇੱਥੇ S ਲਿਖ ਦਿੰਦੇ ਆ।
ना एक ट्राइंगल का नाम है OPQ, एक तैयार ट्राइंगल है। दूसरी ट्राइंगल देखो OSQ। हाँ जी क्लियर। हाले तुसी मैं उपरली ट्राइंगल जिहड़ी है मैं देखो लुका दी है, उपरली ट्राइंगल नहीं देखनी, थले वाली ट्राइंगल देखो। नाउ प्लीज टेल, जे असी ट्राइंगल लॉ पढ़िया सी, ਇਹਦੇ ਵਿੱਚੋਂ दसो रिजल्टेंट ਕਿਹੜਾ है? O तो P, P to Q in the same order and this is opposite order। हाँ जी ਕਿਹੜਾ रिजल्टेंट होया? R वैक्टर रिजल्टेंट है ਤੇ ਕੀ ਦੇ ਇਕੁਅਲ ਹੋਏਗਾ? A ਵੈਕਟਰ प्लस ਸਾਡੇ ਕੋਲ ਆ ਜਾਏਗਾ ਕਿੰਨਾ? B ਵੈਕਟਰ। A ਵੈਕਟਰ प्लस B। सिमिलरली जे ਆਪਾਂ नीचे वाली साइड ਨੂੰ ਆਪਾਂ ਲਿਖੋ ਦਈਏ, सिर्फ आ ट्राइंगल देखो, पहला गए O to S, फिर गए S to Q, एस सेम ऑर्डर अगेन साडे कोल रिजल्टेंट केड़ा आएगा? फिर साडे कोल केड़ा रिजल्टेंट आ गया? R। नाउ इट विल बी इक्वल टू B वैक्टर ते प्लस साडे कोल केड़ा आ जाएगा? A वैक्टर। भावें इत्थों रिजल्टेंट कड्डो भावें इत्थों रिजल्टेंट कड्डो, रिजल्टेंट ते तुहाडा सेम ही आएगा। ਇਹਦਾ मतलब A वैक्टर प्लस B वैक्टर, इधरों B वैक्टर प्लस A वैक्टर। इट मीनस कि ਜਿਹੜਾ A वैक्टर प्लस B वैक्टर है इस ਨੂੰ ਅਸੀਂ ਲਿਖ ਸਕਦੇ ਹਾਂ B वैक्टर प्लस A वैक्टर। दिस इज कॉल्ड क्यूमुटेटिव लॉ। ਜਿਹੜਾ ਵੈਕਟਰ ਐਡੀਸ਼ਨ ਜਿਹੜਾ ਹੈ ਸਾਡਾ क्यूमुटेटिव लॉ ਨੂੰ ਓਬੇ ਕਰਦਾ ਹੈ। जिस तरह बेटा ਅਸੀਂ 5 + 3 8 ਹੁੰਦਾ ਹੈ ਤੇ ਜੇ ਅਸੀਂ 3 + 5 ਵੀ ਕਰ ਲਾਂਗੇ ਉਹ ਵੀ ਸਾਡਾ 8 ਹੀ ਹੈ। ਇਸ ਤਰ੍ਹਾਂ ਵੈਕਟਰ ਐਡੀਸ਼ਨ ਵੀ ਜਿਹੜਾ ਸਾਡਾ ਕਿਊਮੂਟੇਟਿਵ ਲਾਅ ਨੂੰ ਓਬੇ ਕਰਦਾ। ਨਾਓ ਇਹਦਾ ਮਤਲਬ ਪੈਰਲੋਗ੍ਰਾਮ ਜਦੋਂ ਬਣੇਗੀ ਵਿੱਚ ਰਿਜ਼ਲਟੈਂਟ ਆਏਗਾ ਤੇ ਸਾਡੇ ਕੋਲ ਜਿਹੜੀਆਂ ਨੇ ਦੋ ਟ੍ਰਾਇੰਗਲਸ ਜਿਹੜੀਆਂ ਨੇ ਵਿੱਚ ਉਹ ਬਣਨਗੀਆਂ। ਆਈ ਥਿੰਕ ਯੂ ਕਲੀਅਰ। ਨਾਓ this is just an example of parallelogram law of vector addition। ਜਦੋਂ ਵੀ ਕੋਈ ਬਰਡ ਜਿਹੜਾ ਫਲਾਈ ਕਰਦਾ ਹੈ, ਕੋਈ ਵੀ ਪੰਛੀ ਜਿਹੜਾ ਹੈ ਜਦੋਂ ਉੜਦਾ ਹੈ ਉਦੋਂ ਜਿਹੜਾ ਹੈ ਉਹਦੇ ਉੱਤੇ ਜਿਹੜਾ ਹੈ ਲਾਅ ਲੱਗਦਾ ਜੇ ਪੈਰਲੋਗ੍ਰਾਮ ਲਾਅ ਆਫ ਵੈਕਟਰ ਐਡੀਸ਼ਨ। ਉਹਦੇ ਅੰਡਰ ਜਿਹੜਾ ਹੈ ਉਹ ਬਰਡ ਜਿਹੜਾ ਬੇਟਾ ਫਲਾਈ ਕਰਦਾ ਹੈ। आओ इस नूं भी आपां समझदे हां कि when the bird fly, explain it is an example of parallelogram law of vectors addition। देखो ए बर्ड दे दो विंग्स ने, this is W ते आ भी जेड़ा W है, ए बर्ड्स दे दो विंग्स। जदों बर्ड देखो उड़दा है की करदा है? अपने विंग्स नूं नीचे नूं जेड़ा प्रेस करदा है लाइक दिस। जदों नीचे नूं प्रेस करदा है इट अप्लाई अ फोर्स, वो एयर ਨੂੰ ਪ੍ਰੈਸ ਕਰਦਾ ਹੈ ਨੀਚੇ ਨੂੰ। ਜਦੋਂ ਕਰੇਗਾ 에ਅਰ ਜਿਹੜੀ ਹੈ ਨੀਚੇ ਨੂੰ ਜਿਹੜੀ ਹੈ ਇਸ ਤਰ੍ਹਾਂ ਉਹ ਅਪਲਾਈ ਕਰਦੀ ਹੈ ਫੋਰਸ। ਤੇ ਨਿਊਟਨਸ ਥਰਡ ਲਾਅ ਦੇ ਅਕੋਰਡਿੰਗ ਟੂ ਐਵਰੀ ਐਕਸ਼ਨ, ਜਿੱਥੇ ਐਕਸ਼ਨ ਹੋਏਗਾ ਨਾਲ ਜਿਹੜਾ ਹੈ ਉਹਦਾ ਰਿਐਕਸ਼ਨ ਜ਼ਰੂਰ ਮਿਲਦਾ ਹੈ। ਹਾਂਜੀ ਕਲੀਅਰ ਹੈ? ਤੁਸੀਂ 9th ਕਲਾਸ ਵਿੱਚ ਪੜ੍ਹਿਆ ਹੈ ਟੂ ਐਵਰੀ ਐਕਸ਼ਨ देयर इज ऑलवेज इक्वल एंड ऑपोजिट रिएक्शन। हाँ जी क्लीयर। ਜਦੋਂ ਸਵਿਮਿੰਗ ਜਿਹੜੇ ਕਰਦੇ ਨੇ ਪਾਣੀ ਨੂੰ ਪਿਛਾਂਹ ਨੂੰ ਧੱਕਦੇ ਨੇ ਤੇ ਆਪ ਜਿਹੜਾ ਉਹ ਅੱਗੇ ਜਾਂਦੇ ਆ। ਜਦੋਂ ਬਰਡ ਨੇ ਇਸ ਤਰ੍ਹਾਂ ਆਪਣਾ ਪਰ ਜਿਹੜਾ ਵਿੰਗ ਨੀਚੇ ਕੀਤਾ, 에ਅਰ ਇੱਕਦਮ ਨੀਚੇ ਨੂੰ ਪ੍ਰੈਸ ਹੋਈ, ਨਾਲ ਹੀ ਇਥੋਂ ਦੇਖੋ ਧਿਆਨ ਨਾਲ ਇੱਕ ਰਿਐਕਸ਼ਨ ਮਿਲਿਆ ਆਪੋਜੀਟ। ਆ ਦੇਖੋ ਐਰੋ ਪਾਈ ਹੈ, ਫੋਰਸ ਲਗਾਈ ਉਹਨੇ ਅਲੋਂਗ ਦਿਸ ਸਾਈਡ। ਕਲੀਅਰ। ਤੇ ਜਦੋਂ ਰਿਐਕਸ਼ਨ ਮਿਲਿਆ ਉਹਨੂੰ ਆਪੋਜੀਟ ਡਾਇਰੈਕਸ਼ਨ ਚ O to A, ਇਸੇ ਤਰੀਕੇ ਨਾਲ ਇਧਰੋਂ ਫੋਰਸ ਲੱਗੀ ਤੇ ਇਧਰੋਂ ਵੀ ਨਾਲ ਉਹਨੂੰ ਜਿਹੜਾ ਹੈ ਆਪੋਜੀਟ ਡਾਇਰੈਕਸ਼ਨ ਚ ਰਿਐਕਸ਼ਨ ਮਿਲਿਆ ਲਾਈਕ ਦਿਸ। ਦੇਖੋ ਇਸ ਤਰ੍ਹਾਂ ਉਹਨਾਂ ਨੇ ਇਕੱਠੇ ਹੋਣਾ ਹੈ, ਇੱਕ ਜਗ੍ਹਾ ਤੇ ਇਹਨਾਂ ਨੇ ਇਕੱਠੇ ਹੋਣਾ ਹੈ। ਤੇ ਇਹ ਦੋਨੋਂ ਫੋਰਸਿਸ ਇਕੱਠੀਆਂ ਕਿੱਥੇ ਹੋਈਆਂ? O ਪੁਆਇੰਟ ਤੇ। ਉਹ ਇਸ ਤਰ੍ਹਾਂ ਨਹੀਂ ਕਰਦਾ, ਉਹ ਜਦੋਂ ਪਾਰ ਕਰਦਾ ਇਸ ਤਰ੍ਹਾਂ ਉਹ ਇੱਕਦਮ ਫੋਰਸ ਲਗਾਉਂਦਾ ਹੈ, ਇੱਥੇ ਜਾ ਕੇ ਉਹ ਫੋਰਸ ਇਕੱਠੀ ਹੋਈ। ਇੱਕ ਫੋਰਸ ਹੋ ਗਈ OA, ਇੱਕ ਹੋ ਗਈ OB। ਇਹ ਦੋਨੋਂ ਫੋਰਸਿਸ ਦੇਖੋ ਸੇਮ ਪੁਆਇੰਟ ਤੇ ਐਕਟ ਹੋ ਗਈਆਂ ਲਾਈਕ ਦਿਸ। ਇੱਕ ਫੋਰਸ ਇਧਰੋਂ ਆ ਗਈ OP, ਇੱਕ ਆ ਗਈ OS, ਇੱਕੋ ਪੁਆਇੰਟ ਤੇ। ਇਹ ਵੀ ਦੋਨੋਂ ਫੋਰਸਿਸ ਸੇਮ ਪੁਆਇੰਟ ਤੇ ਐਕਟ ਹੋ ਗਈਆਂ। ਇਹਦੇ ਬਿਲਕੁਲ ਪੈਰਲਲ ਮੈਂ ਇੱਕ ਆ ਵੈਕਟਰ ਤਿਆਰ ਕਰ ਲਿਆ, ਇਹਦੇ ਪੈਰਲਲ ਜਿਹੜਾ ਹੈ ਅਸੀਂ ਜਿਹੜਾ ਦੂਜਾ ਵੈਕਟਰ ਆ ਤਿਆਰ ਕਰ ਲਿਆ। ਤੇ ਸਾਡੇ ਕੋਲ ਇਸ ਪੈਰਲੋਗ੍ਰਾਮ ਦੇ ਵਿੱਚ ਰਿਜ਼ਲਟੈਂਟ ਦੇਖੋ ਅਲੋਂਗ ਦਿਸ ਸਾਈਡ। ਆ ਪੈਰਲੋਗ੍ਰਾਮ ਕੰਪਲੀਟ ਕੀਤੀ, ਇਹਦੇ ਪੈਰਲਲ ਇਧਰ ਨੂੰ ਤੇ ਇਹਦੇ ਪੈਰਲਲ ਅਸੀਂ ਆ ਵੈਕਟਰ ਤਿਆਰ ਕੀਤਾ ਤੇ ਆ ਸਾਡਾ ਆਇਆ ਰਿਜ਼ਲਟੈਂਟ ਜਿਹੜਾ ਡਾਇਗਨਲ ਨਾਲ ਸ਼ੋ ਕੀਤਾ ਹੈ। ਤੇ ਦੇਖੋ ਧਿਆਨ ਨਾਲ ਰਿਜ਼ਲਟੈਂਟ ਕਿੱਧਰ ਨੂੰ ਆਇਆ? ਉੱਪਰ ਨੂੰ। ਜਦੋਂ ਰਿਜ਼ਲਟੈਂਟ ਉੱਪਰ ਨੂੰ ਆਉਂਦਾ
ਇਹਦਾ ਮਤਲਬ ਹੈ ਕਿ ਬਰਡ ਨੂੰ ਇੱਕ ਅਪਵਰਡ ਫੋਰਸ ਮਿਲਦੀ ਹੈ ਤੇ ਜਿਹਦੇ ਕਰਕੇ ਜਿਹੜਾ ਬਰਡ ਜਿਹੜਾ ਹੈ ਉਹ ਉੱਪਰ ਜਿਹੜਾ ਜਾਣਾ ਸ਼ੁਰੂ ਹੋ ਜਾਂਦਾ ਹੈ। ਹਾਂਜੀ ਕਲੀਅਰ। ਤੇ ਜੇ ਬਰਡ ਦਾ ਇੱਕ ਪਰ ਫਰਜ਼ ਕਰੋ ਨਹੀਂ ਹੈਗਾ ਤੇ ਉਹ ਬਰਡ ਜਿਹੜਾ ਹੈ ਫਲਾਈ ਕਿਉਂ ਨਹੀਂ ਕਰ ਸਕਦਾ? ਕਿਉਂਕਿ ਇੱਕ ਸਾਈਡ ਤੇ ਫੋਰਸ ਲੱਗੇਗੀ, ਦੂਸਰੇ ਪਾਸੇ ਫੋਰਸ ਐਕਟ ਨਹੀਂ ਹੁੰਦੀ ਤੇ ਪੈਰਲੋਗ੍ਰਾਮ ਲਾਅ ਜਿਹੜਾ ਹੈ ਉਹ ਕੰਪਲੀਟ ਨਹੀਂ ਹੋ ਪਾਉਂਦਾ ਤੇ ਰਿਜ਼ਲਟੈਂਟ ਵੈਕਟਰ ਨੂੰ ਉੱਪਰ ਨੂੰ ਨਹੀਂ ਮਿਲੇਗਾ। ਹਾਂਜੀ ਕਲੀਅਰ। ਇਟ ਮੀਨਸ ਦੋਨੋਂ ਵਿੰਗਸ ਦਾ ਕੰਮ ਹੈ, ਦੋਨੋਂ ਵਿੰਗਸ ਕਰਕੇ ਦੋ ਫੋਰਸਿਸ ਇੱਕੋ ਪੁਆਇੰਟ ਤੇ ਰਿਜ਼ਲਟੈਂਟ ਦੀ ਡਾਇਰੈਕਸ਼ਨ ਦੇਖੋ ਤੁਹਾਡੀ ਉੱਪਰ ਨੂੰ ਆਈ ਹੈ। ਆਈ ਥਿੰਕ this is an example of parallelogram law of vector addition। ਇਸ ਤੋਂ ਇਲਾਵਾ ਬੇਟਾ ਤੁਸੀਂ ਗੁਲੇਲ ਦੇਖੀ ਹੋਏਗੀ। ਜਿਹੜੀ ਗੁਲੇਲ ਤੁਸੀਂ ਦੇਖੀ ਹੈ, ਗੁਲੇਲ ਬੱਚੇ ਜਿਹੜੇ ਨੇ ਉਹ ਫੜਦੇ ਨੇ, ਉਹ ਕਿਸ ਤਰ੍ਹਾਂ ਦੀ ਹੁੰਦੀ ਹੈ? ਤੁਹਾਡੇ ਕੋਲ ਇੱਕ ਪਹਿਲਾਂ ਉਹਨਾਂ ਨੇ ਫੜਿਆ ਹੁੰਦਾ ਹੈ ਇੱਕ ਵੁਡਨ ਜਾਂ ਪੀਸ, ਇਹਦੇ ਉੱਤੇ ਜਿਹੜਾ ਹੈ ਦੋ ਉਹਨਾਂ ਨੇ, ਠੀਕ ਹੈ, ਇਸ ਤਰ੍ਹਾਂ ਐ ਬੱਜੀ ਹੁੰਦੀ ਵਿੱਚ ਚੀਜ਼, ਆ ਦੋ ਰੱਸੀਆਂ ਹੁੰਦੀਆਂ, ਇੱਥੇ ਪੱਥਰ ਬੰਨਦੇ ਆ। ਜਦੋਂ ਇਹਨੂੰ ਖਿੱਚਦੇ ਆ ਤੇ ਇੱਕਦਮ ਐਕਸ਼ਨ ਤੇ ਰਿਐਕਸ਼ਨ, ਇੱਕ ਫੋਰਸ ਇੱਧਰ ਲੱਗਦੀ ਹੈ, ਇੱਕ ਇੱਧਰ ਲੱਗਦੀ ਹੈ ਤੇ ਇਹ ਪੱਥਰ ਕਿੱਥੇ ਜਾਂਦਾ ਹੈ? ਬਿਲਕੁਲ ਬਾਹਰ ਨੂੰ ਨਿਕਲਦਾ ਹੈ। ਬਿਕੋਜ਼ ਇੱਕ ਫੋਰਸ ਇੱਧਰ ਨੂੰ ਇਹਦੇ ਅਕੋਰਡਿੰਗ ਇੱਧਰ ਆ ਗਈ। ਇੱਥੋਂ ਅਸੀਂ ਪੈਰਲੋਗ੍ਰਾਮ ਕੰਪਲੀਟ ਕਰਦੇ ਹਾਂ ਤੇ ਰਿਜ਼ਲਟੈਂਟ ਵਿਲ ਬੀ ਅਲੋਂਗ ਦਿਸ ਸਾਈਡ। ਗੁਲੇਲ ਜਿਹੜੀ ਹੈ ਉਹ ਵੀ ਐਗਜ਼ਾਮਪਲ ਜਿਹੜੀ ਹੈ ਸਾਡੀ ਕਾਦੀ ਹੈ? ਪੈਰਲੋਗ੍ਰਾਮ ਲਾਅ ਆਫ ਵੈਕਟਰ ਐਡੀਸ਼ਨ। ਇਸ ਤੋਂ ਇਲਾਵਾ ਸਾਡੇ ਕੋਲ ਜਿਹੜਾ ਤੀਰ ਕਮਾਨ ਚਲਾਉਂਦੇ ਆ ਉਹਦੇ ਵਿੱਚ ਵੀ ਸਾਡੇ ਕੋਲ ਜਿਹੜਾ ਹੈ ਪੈਰਲੋਗ੍ਰਾਮ ਲਾਅ ਆਫ ਵੈਕਟਰ ਐਡੀਸ਼ਨ ਹੀ ਜਿਹੜਾ ਹੈ ਸਾਡੇ ਕੋਲ ਐਕਟ ਕਰਦਾ ਹੈ। ਹਾਂਜੀ ਆਈ ਥਿੰਕ ਕਿ ਤੁਹਾਨੂੰ ਪਤਾ ਲੱਗ ਗਿਆ। ਦੋ ਵੈਕਟਰਾਂ ਨੂੰ ਐਡ ਕਰਨਾ ਹੈ, ਜਾਂ ਤੇ ਟ੍ਰਾਈਐਂਗਲ ਲਾ ਲਗਾ ਲਓ, ਜਾਂ ਤੁਸੀਂ ਜਿਹੜਾ ਹੈ ਦੋ ਵੈਕਟਰਾਂ ਨੂੰ ਐਡ ਕਰਨਾ ਹੈ ਤੇ ਤੁਸੀਂ ਜਿਹੜਾ ਹੈ ਪੈਰਲੋਗ੍ਰਾਮ ਲਾਅ ਦੇ ਅਕੋਰਡਿੰਗ ਵੀ ਐਡ ਕਰ ਸਕਦੇ ਹੋ। ਹਾਂਜੀ ਕਲੀਅਰ। ਨਾਓ ਇਨ ਦਿਸ ਪ੍ਰੋਬਲਮ ਆਈ ਵੈਕਟਰ ਜਿਹੜਾ ਹੈ ਇਹਨੂੰ ਜਿਹੜਾ ਮੈਂ ਦੇਖੋ ਪ੍ਰੋਡਿਊਸ ਕਰ ਦਿੱਤਾ ਤੇ ਇਥੋਂ ਅਸੀਂ ਇੱਕ ਪਰਪੈਂਡੀਕੂਲਰ ਡਰਾ ਕਰ ਦਿੱਤਾ। ਪਰਪੈਂਡੀਕੂਲਰ ਦਾ ਨਾਮ ਹੈਗਾ QM, ਪਰਪੈਂਡੀਕੂਲਰ ਡਰਾ ਕਰਤਾ। ਨਾਓ ਪਿੱਛੇ ਵੀ ਅਸੀਂ ਪੜਿਆ ਸੀ ਕਿ ਦੋ ਵੈਕਟਰਾਂ ਦੇ ਵਿੱਚ ਐਂਗਲ ਜਿਹੜਾ ਹੈ ਉਹਨੂੰ ਅਸੀਂ ਕਾਹਦੇ ਨਾਲ ਸ਼ੋ ਕਰਦੇ ਹਾਂ? ਥੀਟਾ। ਐਂਗਲ ਬਿਟਵੀਨ ਟੂ ਵੈਕਟਰਸ ਇਜ਼ ਥੀਟਾ। ਤੇ ਰਿਜ਼ਲਟੈਂਟ ਵੈਕਟਰ ਜਿਹੜਾ A ਨਾਲ ਐਂਗਲ ਬਣਾਉਂਦਾ ਹੈ ਉਸ ਨੂੰ ਅਸੀਂ ਰਿਪਰੈਜ਼ੈਂਟ ਕਾਹਦੇ ਨਾਲ ਕਰਦੇ ਹਾਂ? ਬੀਟਾ। ਜੇ ਮੈਂ ਆਹ ਵਾਲਾ ਹਿੱਸਾ ਡਾਇਗਰਾਮ ਦਾ ਰੱਬ ਕਰ ਦੇਵਾਂ, ਆਹ ਦੇਖੋ ਧਿਆਨ ਨਾਲ, ਜੇ ਉੱਪਰਲਾ ਹਿੱਸਾ ਹੀ ਰੱਬ ਕਰ ਦਈਏ ਤੁਹਾਡੇ ਕੋਲ ਸੇਮ ਉਹੀ ਚੀਜ਼ ਬਣ ਜਾਂਦੀ ਹੈ ਜਿਹੜੀ ਅਸੀਂ ਟ੍ਰਾਈਐਂਗਲ ਲਾਅ ਦੇ ਵਿੱਚ ਪ੍ਰੂਵ ਕੀਤੀ। ਸੇਮ ਮੈਥਡ ਦੇ ਨਾਲ ਯੂ ਕੈਨ ਫਾਈਂਡ ਦਾ ਮੈਗਨੀਟਿਊਡ ਆਫ ਰਿਜ਼ਲਟੈਂਟ ਵਿਚ ਇਜ਼ ਇਕੁਅਲ ਟੂ a ਸਕੁਅਰ ਪਲੱਸ b ਸਕੁਅਰ ਪਲੱਸ 2ab cos ਥੀਟਾ ਅੰਡਰ ਰੂਟ। ਸੇਮ ਮੈਥਡ ਦੇ ਨਾਲ ਤੁਸੀਂ ਜਿਹੜਾ ਹੈ ਇਹਦਾ ਮੈਗਨੀਟਿਊਡ ਜਿਹੜਾ ਹੈ ਤੁਸੀਂ ਫਾਈਂਡ ਕਰ ਸਕਦੇ ਹੋ। ਸਿਮਿਲਰਲੀ ਇਹਦੀ ਡਾਇਰੈਕਸ਼ਨ ਵੀ ਸਿਮਿਲਰ ਮੈਥਡ ਦੇ ਨਾਲ ਫਾਈਂਡ ਕਰ ਸਕਦੇ ਹੋ। ਇਟ ਵਿਲ ਬੀ ਇਕੁਅਲ ਟੂ b sin ਥੀਟਾ ਓਵਰ a ਪਲੱਸ b ਸਾਡੇ ਕੋਲ ਆ ਜਾਏਗਾ cos ਥੀਟਾ। ਇਹ ਦੋਨੋਂ ਫਾਰਮੂਲੇ ਜਿਹੜਾ ਹੈ ਤੁਸੀਂ ਪੈਰਲੋਗ੍ਰਾਮ ਲਾਅ ਦੇ ਅਕੋਰਡਿੰਗ ਵੀ ਫਾਈਂਡ ਕਰ ਸਕਦੇ ਹੋ। ਤੁਸੀਂ ਡਾਇਗਰਾਮ ਨੂੰ ਰੱਬ ਨਹੀਂ ਕਰਨਾ, ਜਸਟ ਜਿਹੜਾ ਹੈ ਤੁਹਾਨੂੰ ਮੈਂ ਸਮਝਾ ਰਿਹਾ ਕਿ ਸੇਮ ਮੈਥਡ ਜੇ ਇਹਦੇ ਵਿੱਚ ਵੀ ਤੁਸੀਂ ਸੇਮ ਉਸੇ ਤਰੀਕੇ ਨਾਲ ਤੁਹਾਨੂੰ ਯਾਦ ਹੋਏਗਾ ਕਿ ਜਿਹੜਾ ਅਸੀਂ ਪਿਛਲੇ ਲੈਕਚਰ ਦੇ ਵਿੱਚ ਕੀਤਾ ਉਸੇ ਮੈਥਡ ਦੇ ਨਾਲ ਤੁਸੀਂ ਇਹ ਸਾਰਾ ਆਰਟੀਕਲ ਜਿਹੜਾ ਹੈ ਉਹ ਪ੍ਰੂਵ ਕਰ ਸਕਦੇ ਹੋ। ਹਾਂਜੀ ਕਲੀਅਰ ਹੈ। ਕੋਈ ਪ੍ਰੋਬਲਮ ਤੁਹਾਨੂੰ ਇੱਥੋਂ ਤੱਕ ਆਈ ਹੋਵੇ ਦੈਨ ਯੂ ਕੈਨ, ਪਹਿਲਾਂ ਤੇ ਬੇਟਾ ਆ ਜਿਹੜਾ ਤਾਂ ਸਮਝ ਲੱਗਣੀ ਹੈ ਜੇਕਰ ਤੁਸੀਂ ਇਸ ਤੋਂ ਪਹਿਲਾ ਆਰਟੀਕਲ ਜਿਹੜਾ ਟ੍ਰਾਇੰਗਲ ਆ ਉਹਦੇ ਵਿੱਚ ਆਰ ਕੱਢਣਾ ਸਿੱਖਿਆ। ਸੇਮ ਮੈਥਡ ਹੈ, ਇਸ ਕਰਕੇ ਬੇਟਾ ਮੈਂ ਇੱਥੇ ਛੱਡ ਰਿਹਾ, ਦੁਬਾਰਾ ਮੈਂ ਇੱਥੇ ਨਹੀਂ ਕਰ ਰਿਹਾ। ਇਹਨੂੰ ਚੰਗੇ ਤਰੀਕੇ ਨਾਲ ਕਰਨਾ ਹੈ। ਇਹਨੂੰ ਕਰਨ ਤੋਂ ਬਾਅਦ ਜਿਹੜਾ ਹੈਗਾ ਨੈਕਸਟ ਲੈਕਚਰ ਦੇ ਵਿੱਚ ਜਿਹੜਾ ਅਸੀਂ ਇੱਕ ਲਾਅ ਆਫ ਕੋਸਾਈਨ ਤੇ ਲਾਅ ਆਫ ਸਾਈਨਸ ਜਿਹੜਾ ਹੈ ਨਾ ਉਹਦੇ ਬਾਰੇ ਆਪਾਂ ਜਿਹੜਾ ਡਿਸਕਸ ਕਰਾਂਗੇ। ਥੈਂਕ ਯੂ।